ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਘੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਗੱਲਬਾਤ ਕਰਾਂਗੇ ਅਮਰੀਕਾ ਦੀਆਂ तमाम ਵੱਡੀਆਂ ਖਬਰਾਂ ਦੀ। ਨਜ਼ਰ ਮਾਰਦੇ ਹਾਂ ਖਬਰਾਂ ਉੱਪਰ। ਵਾਲਮਾਰਟ ਵੱਲੋਂ 40,000 ਨਵੇਂ ਵਰਕਰ ਭਰਤੀ ਕੀਤੇ ਜਾਣਗੇ। ਵਾਲਮਾਰਟ ਵੱਲੋਂ ਇਸ ਬਾਰੇ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਕੁਝ ਟਰੱਕ ਡਰਾਈਵਰਸ ਨੂੰ ਵੀ ਉਹਨਾਂ ਵੱਲੋਂ ਨੌਕਰੀ ਦਿੱਤੀ ਜਾ ਰਹੀ ਹੈ। ਇਸ ਸਾਲ ਤੋਂ ਪਹਿਲਾਂ ਜਿਹੜੇ ਅੰਕੜੇ ਜਾਰੀ ਕੀਤੇ ਜਾਂਦੇ ਸਨ ਉਹ ਕਾਫੀ ਸਨ, ਪਰ ਹੁਣ ਪਹਿਲਾਂ ਦੇ ਮੁਕਾਬਲੇ ਘੱਟ ਅੰਕੜੇ ਦੱਸੇ ਗਏ ਜਿਨ੍ਹਾਂ ਨੂੰ ਨੌਕਰੀ ਦਿੱਤੀ ਜਾਵੇਗੀ। ਵਾਲਮਾਰਟ ਵੱਲੋਂ ਹੁਣ ਕਈਆਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਵਾਲਮਾਰਟ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਕਿ ਉਹ 40,000 ਵਿਅਕਤੀਆਂ ਨੂੰ ਰੁਜ਼ਗਾਰ ਦੇਣ। ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਪਤਾ ਚੱਲਿਆ ਹੈ ਕਿ ਵਾਲਮਾਰਟ ਵੱਲੋਂ ਹੌਲੀਡੇ ਸੀਜ਼ਨ ਦੌਰਾਨ 40,000 ਵਰਕਰਸ ਨੂੰ ਭਰਤੀ ਕੀਤੇ ਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਸਭ ਬਾਰੇ ਵਾਲਮਾਰਟ ਵੱਲੋਂ ਖੁਦ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਹੌਲੀਡੇ ਸੀਜ਼ਨ ਦੇ ਵਿੱਚ 40,000 ਵਰਕਰਸ ਨੂੰ ਭਰਤੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਸੀਜ਼ਨਲ ਅਤੇ ਫੁੱਲ ਟਾਈਮ ਐਸੋਸੀਏਟਸ ਦੋਵੇਂ ਹੋਣਗੇ। ਕੰਪਨੀ ਵੱਲੋਂ ਅਲੱਗ-ਅਲੱਗ ਪੋਜੀਸ਼ਨਸ ਦੇ ਉੱਪਰ ਕਰਮਚਾਰੀਆਂ ਨੂੰ ਰੱਖਿਆ ਜਾਵੇਗਾ, ਜਿਸ ਵਿੱਚ ਸੀਜ਼ਨਲ ਸਟੋਰ ਅਸਿਸਟੈਂਟਸ, ਕੰਜ਼ਿਊਮਰ ਸਰਵਿਸ ਐਸੋਸੀਏਟਸ ਅਤੇ 1,500 ਫੁੱਲ ਟਾਈਮ ਟਰੱਕ ਡਰਾਈਵਰਸ ਹੋਣਗੇ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਵਾਲਮਾਰਟ ਵੱਲੋਂ ਪ੍ਰਾਈਵੇਟ ਟਰੱਕਿੰਗ ਫਲੀਟ ਦੇ ਉੱਪਰ ਵੀ ਇਸ ਸਾਲ ਕੰਮ ਕੀਤਾ ਜਾਵੇਗਾ। ਦੱਸ ਦਈਏ ਕਿ ਇਸ ਵਾਰ ਦਾ ਜੋ ਸੀਜ਼ਨਲ ਹਾਇਰਿੰਗ ਅੰਕੜਾ ਸਾਂਝਾ ਕੀਤਾ ਗਿਆ ਹੈ ਉਹ ਪਿਛਲੇ ਸਾਲ ਦੇ ਮੁਕਾਬਲੇ ਘੱਟ ਹੈ, ਕਿਉਂਕਿ ਪਿਛਲੇ ਸਾਲ ਇਹ ਅੰਕੜਾ 1,50,000 ਦਾ ਸੀ, ਜਿਸ ਵਿੱਚ ਜ਼ਿਆਦਾਤਰ ਪਰਮਾਨੈਂਟ ਅਤੇ ਫੁੱਲ ਟਾਈਮ ਐਸੋਸੀਏਟਸ ਸ਼ਾਮਿਲ ਸਨ। ਇਸ ਤੋਂ ਇਲਾਵਾ 20,000 ਸਪਲਾਈ ਚੇਨ ਵਰਕਰਸ ਦਾ ਵੀ ਇਸ ਦੌਰਾਨ ਜ਼ਿਕਰ ਕੀਤਾ ਗਿਆ। ਹੁਣ ਜੋ ਕੰਪਨੀ ਵੱਲੋਂ ਅੰਕੜਾ ਜਾਰੀ ਕੀਤਾ ਗਿਆ ਉਸ ਵਿੱਚ ਦੱਸਿਆ ਗਿਆ ਹੈ ਕਿ ਕਿੰਨੇ ਨਵੇਂ ਕਰਮਚਾਰੀਆਂ ਨੂੰ ਨੌਕਰੀ ਦਿੱਤੀ ਜਾਵੇਗੀ। ਅਮਰੀਕਾ ਦੇ 에ਅਰਪੋਰਟਸ ਦੇ ਬਾਰੇ ਇੱਕ ਸਰਵੇ ਸਾਹਮਣੇ ਆਇਆ, ਜਿਸ ਤੋਂ ਪਤਾ ਚੱਲਿਆ ਹੈ ਕਿ ਬਹੁਤ ਸਾਰੇ ਲੋਕ ਅਮਰੀਕਾ ਦੇ 에ਅਰਪੋਰਟਸ ਦੇ ਉੱਪਰ ਖੁਸ਼ ਨੇ ਤੇ ਬਹੁਤ ਸਾਰੇ ਲੋਕ ਨਾਖੁਸ਼ ਵੀ ਦਿਖਾਈ ਦੇ ਰਹੇ ਨੇ। ਇਸ ਰਿਪੋਰਟ ਦੇ ਵਿੱਚ ਕਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਅਮਰੀਕਾ ਦੇ 에ਅਰਪੋਰਟ ਬਾਰੇ ਹੁਣ ਇੱਕ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਇੱਕ ਸਟੱਡੀ ਤੋਂ ਪਤਾ ਚੱਲਿਆ ਕਿ ਅਮਰੀਕਾ ਦੇ 에ਅਰਪੋਰਟ ਦੇ ਉੱਪਰ ਯਾਤਰੀ ਸਭ ਤੋਂ ਜ਼ਿਆਦਾ ਖੁਸ਼ ਵੀ ਨੇ ਤੇ ਸਭ ਤੋਂ ਘੱਟ ਵੀ ਖੁਸ਼ ਇੱਥੇ ਹੀ ਦਿਖਾਈ ਦੇ ਰਹੇ ਹਨ। ਜੀ ਹਾਂ, ਯਾਤਰੀਆਂ ਦਾ ਇਸ ਸਮੇਂ 에ਅਰਪੋਰਟ ਦੇ ਉੱਪਰ ਰਸ਼ ਕਾਫੀ ਦਿਖਾਈ ਦੇ ਰਿਹਾ ਹੈ। ਵੱਧ ਤੋਂ ਵੱਧ ਲੋਕ ਹਵਾਈ ਸਫ਼ਰ ਕਰ ਰਹੇ ਨੇ ਤੇ ਇਸ ਸਭ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਪੈਸੇਂਜਰ ਸੈਟਿਸਫੈਕਸ਼ਨ ਪਹਿਲਾਂ ਦੇ ਮੁਕਾਬਲੇ ਹੇਠਾਂ ਜਾ ਰਹੀ ਹੈ। ਹੁਣ ਇਸ ਬਾਰੇ JD Power 2022 ਨਾਰਥ ਅਮਰੀਕਾ 에ਅਰਪੋਰਟ ਸੈਟਿਸਫੈਕਸ਼ਨ ਸਟੱਡੀ ਕਰਵਾਈ ਗਈ, ਜਿਸ ਦੇ ਅੰਕੜੇ ਸਭ ਕੁਝ ਦੱਸ ਰਹੇ ਹਨ। ਸਾਲ 2022 ਦੇ ਵਾਸਤੇ ਓਵਰਆਲ ਸੈਟਿਸਫੈਕਸ਼ਨ ਸਕੋਰ 777 ਦੱਸਿਆ ਗਿਆ ਹੈ। US ਪੈਸੇਂਜਰ ਵੋਲਿਊਮ ਪ੍ਰੀ ਪੈਂਡੈਮਿਕ ਲੈਵਲ ਦੇ ਉੱਪਰ ਪਹੁੰਚਦਾ ਹੋਇਆ ਦਿਖਾਈ ਦੇ ਰਿਹਾ ਹੈ। US ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਉਹਨਾਂ ਨੇ 에ਅਰਪੋਰਟ ਚੈੱਕ ਪੁਆਇੰਟਸ ਦੇ ਉੱਪਰ 23,71,992 ਪੈਸੇਂਜਰਸ ਦੀ ਸਕਰੀਨਿੰਗ ਕੀਤੀ ਹੈ। ਇਹ ਅੰਕੜਾ ਸਾਲ 2019 ਦੇ ਅੰਕੜੇ ਨਾਲ ਲਗਭਗ ਮੇਲ ਖਾ ਰਿਹਾ ਹੈ। ਇਸ ਸਰਵੇ ਦੇ ਵਿੱਚ 26,500 ਨੂੰ ਸ਼ਾਮਿਲ ਕੀਤਾ ਗਿਆ, ਜਿਸ ਵਿੱਚ ਯਾਤਰੀਆਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਤੋਂ ਇਲਾਵਾ ਮੈਗਾ 에ਅਰਪੋਰਟ ਇਵੈਕੂਏਟਡ ਸਟੱਡੀ ਤੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜ਼ਿਆਦਾ ਅਤੇ ਘੱਟ ਸੈਟਿਸਫੈਕਸ਼ਨ ਨਾਰਥ ਅਮਰੀਕਨ 에ਅਰਪੋਰਟਸ ਦੇ ਉੱਪਰ ਹੀ ਨਜ਼ਰ ਆ ਰਹੀ ਹੈ। ਸੈਨ ਫ੍ਰਾਂਸਿਸਕੋ ਇੰਟਰਨੈਸ਼ਨਲ 에ਅਰਪੋਰਟ ਨੂੰ 796 ਦਾ ਅੰਕੜਾ, ਡਿਟਰੋਇਟ ਮੈਟਰੋਪੋਲੀਟਨ ਵੇਨ ਕਾਉਂਟੀ 에ਅਰਪੋਰਟ ਨੂੰ 791 ਦਾ ਅੰਕੜਾ ਦਿੱਤਾ ਗਿਆ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਖਿਲਾਫ ਮੁਕੱਦਮਾ ਕੀਤਾ ਗਿਆ। ਨਿਊਯਾਰਕ ਦੇ ਵਿੱਚ ਟਰੰਪ ਦੇ ਖਿਲਾਫ ਧੋਖੇ ਨਾਲ ਸੰਬੰਧਿਤ ਮੁਕੱਦਮਾ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਇਸ ਬਾਰੇ ਹੁਣ ਤੱਕ ਕੀ ਅਪਡੇਟ ਪਤਾ ਚੱਲੀ ਹੈ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਖਿਲਾਫ ਧੋਖਾਧੜੀ ਦਾ ਮੁਕੱਦਮਾ ਕੀਤਾ ਗਿਆ। ਇਹ ਮੁਕੱਦਮਾ ਨਿਊਯਾਰਕ ਅਟਾਰਨੀ ਜਨਰਲ ਵੱਲੋਂ ਕੀਤਾ ਗਿਆ ਹੈ। ਜੀ ਹਾਂ, ਇਸ ਬਾਰੇ ਜੋ ਜਾਣਕਾਰੀ ਸਾਹਮਣੇ ਆਈ ਹੈ ਇਸ ਵਿੱਚ ਦੱਸਿਆ ਗਿਆ ਕਿ ਧੋਖੇ ਦੇ ਸੰਬੰਧ ਦੇ ਵਿੱਚ ਡੋਨਲਡ ਟਰੰਪ ਦੇ ਉੱਪਰ ਮੁਕੱਦਮਾ ਕੀਤਾ ਗਿਆ। ਫਿਲਹਾਲ ਅਜੇ ਸ਼ਿਕਾਇਤ ਦੀ ਕਾਪੀ ਜਾਰੀ ਨਹੀਂ ਕੀਤੀ ਗਈ ਤੇ ਨਾ ਹੀ ਇਸ ਬਾਰੇ ਬਹੁਤੀ ਡਿਟੇਲ ਦਿੱਤੀ ਗਈ ਹੈ। ਇਹ ਵੀ ਪਤਾ ਚੱਲਿਆ ਹੈ ਕਿ ਡੋਨਲਡ ਟਰੰਪ ਖਿਲਾਫ ਲਾਅ ਸੂਟ ਨਿਊਯਾਰਕ ਸਟੇਟ ਕੋਰਟ ਮੈਨਹੈਟਨ ਦੇ ਵਿੱਚ ਦਰਜ ਕਰਵਾਇਆ ਗਿਆ। ਜੋ ਜਾਂਚ ਅਟਾਰਨੀ ਜਨਰਲ ਵੱਲੋਂ ਕਰਵਾਈ ਗਈ ਉਸ ਵਿੱਚ ਇਸ ਗੱਲ ਨੂੰ ਲੈ ਕੇ ਧਿਆਨ ਦਿੱਤਾ ਗਿਆ ਹੈ ਕਿ ਟਰੰਪ ਆਰਗੇਨਾਈਜੇਸ਼ਨ ਵੱਲੋਂ ਰੀਅਲ ਸਟੇਟ ਦੇ ਵਿੱਚ ਕੋਈ ਘਪਲਾ ਕੀਤਾ ਗਿਆ ਜਾਂ ਫਿਰ ਨਹੀਂ। ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਜੇਮਸ ਇਸ ਬਾਰੇ ਕੋਈ ਐਲਾਨ ਕਰ ਸਕਦੇ ਹਨ। ਉਹਨਾਂ ਵੱਲੋਂ ਜਿਸ ਦੇ ਵਿੱਚ ਆਪਣੀ ਜਾਂਚ ਦੇ ਬਾਰੇ ਵੀ ਕੁਝ ਗੱਲਾਂ ਦਾ ਖੁਲਾਸਾ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਦੱਸ ਦਈਏ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਸ ਸਭ ਨੂੰ ਲੈ ਕੇ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ। ਉਹਨਾਂ ਵੱਲੋਂ ਇਹਨਾਂ ਸਾਰੇ ਇਲਜ਼ਾਮਾਂ ਨੂੰ ਗਲਤ ਦੱਸਿਆ ਹੈ। ਇੱਕ ਔਰਤ ਵੱਲੋਂ ਮਿੰਨੀ ਕੂਪਰ ਚੋਰੀ ਕੀਤੀ ਗਈ ਤੇ ਬਾਅਦ ਦੇ ਵਿੱਚ ਇਹ ਵਾਹਨ ਉਸਨੇ ਕੰਕਰੀਟ ਵਿੱਚ ਫਸਾ ਦਿੱਤਾ। ਔਰਤ ਇੱਥੋਂ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ, ਜਿਸ ਬਾਰੇ ਪੁਲਿਸ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਤੇ ਨਾਲ ਹੀ ਪਤਾ ਚੱਲਿਆ ਕਿ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। ਅਮਰੀਕਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਔਰਤ ਵੱਲੋਂ ਪਹਿਲਾਂ ਗੱਡੀ ਚੋਰੀ ਕੀਤੀ ਗਈ, ਬਾਅਦ ਵਿੱਚ ਇਸ ਵਾਹਨ ਦੀ ਟੱਕਰ ਸੀਮੈਂਟ ਦੇ ਨਾਲ ਹੋ ਗਈ। ਫਿਰ ਇਸ ਔਰਤ ਵੱਲੋਂ ਆਪਣੇ ਬੱਚੇ ਸਮੇਤ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਵੱਲੋਂ ਦੱਸਿਆ ਗਿਆ ਕਿ ਇਹ ਘਟਨਾ ਲੇਕਸਵੁੱਡ ਦੇ ਨੇੜਿਓਂ ਸੋਮਵਾਰ ਵਾਲੇ ਦਿਨ ਸਾਹਮਣੇ ਆਈ ਹੈ। ਮੌਕੇ ਦੀਆਂ ਤਸਵੀਰਾਂ ਵੀ ਪੁਲਿਸ ਵੱਲੋਂ ਜਾਰੀ ਕੀਤੀਆਂ ਗਈਆਂ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਕੰਕਰੀਟ ਦੇ ਵਿੱਚ ਮਿਨੀ ਕੂਪਰ ਫਸੀ ਹੋਈ ਹੈ ਤੇ ਇਸ ਦੇ ਉੱਪਰ ਪੈਰਾਂ ਦੇ ਨਿਸ਼ਾਨ ਲੱਗੇ ਹੋਏ ਵੀ ਦਿਖਾਈ ਦਿੱਤੇ। ਇਸ ਵਾਹਨ ਨੂੰ ਚਲਾਉਣ ਵਾਲੀ ਔਰਤ ਡਰਾਈਵਰ ਦੱਸੀ ਗਈ ਹੈ, ਜਿਸ ਦੀ ਉਮਰ 32 ਸਾਲ ਦੇ ਕਰੀਬ ਹੈ। ਉਸਨੇ ਗੱਡੀ ਦੇ ਬੈਕ ਸੀਟ ਦੇ ਉੱਪਰ 4 ਸਾਲ ਦਾ ਬੇਟਾ ਵੀ ਬਿਠਾਇਆ ਹੋਇਆ ਸੀ। ਜਦੋਂ ਇਹ ਮਿਨੀ ਕੂਪਰ ਕੰਕਰੀਟ ਵਿੱਚ ਫਸ ਗਈ ਤਾਂ ਵਿਟਨੈਸ ਦੇ ਦੱਸਣ ਮੁਤਾਬਕ ਔਰਤ ਵੱਲੋਂ ਗੱਡੀ ਵਿੱਚੋਂ ਅੱਧੀ ਬੋਤਲ ਭਰੀ ਵਿਸਕੀ ਦੀ ਕੱਢੀ ਗਈ ਤੇ ਉਸਨੇ ਮੌਕੇ ਵਾਲੀ ਥਾਂ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਇਨਵੈਸਟੀਗੇਟਰਸ ਦਾ ਮੰਨਣਾ ਹੈ ਕਿ ਵਾਹਨ ਅਤੇ ਬਾਕੀ ਦੀਆਂ ਚੀਜ਼ਾਂ ਘਰ ਦੇ ਵਿੱਚੋਂ ਚੋਰੀ ਕੀਤੀਆਂ ਗਈਆਂ ਸਨ। ਫਿਲਹਾਲ ਔਰਤ ਦੀ ਪਹਿਚਾਣ ਪੁਲਿਸ ਵੱਲੋਂ ਜਨਤਕ ਨਹੀਂ ਕੀਤੀ ਗਈ, ਪਰ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਉੱਪਰ ਚਾਰਜਸ ਵੀ ਲਗਾਏ ਗਏ ਨੇ। ਹੁਣ ਜਿਸ ਥਾਂ ਦੇ ਉੱਪਰ ਵਾਹਨ ਫਸਿਆ ਸੀ ਉਹ ਕੰਕਰੀਟ ਵਾਲੀ ਥਾਂ ਨੂੰ ਹੁਣ ਮੁੜ ਤੋਂ ਸਹੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਮਰੀਕਾ ਤੋਂ ਭਿਆਨਕ ਹਾਦਸੇ ਦੇ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿਸ ਵਿੱਚ 16 ਜਾਣੇ ਜ਼ਖਮੀ ਹੋਏ ਨੇ। 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। 3 ਵਾਹਨ ਆਪਸ ਵਿੱਚ ਟਕਰਾਏ, ਜਿਸ ਤੋਂ ਬਾਅਦ 1 ਦੀ ਮੌਤ ਹੋ ਗਈ। ਫਲੋਰੀਡਾ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ, ਜਿਸ ਵਿੱਚ 16 ਜਾਣੇ ਜ਼ਖਮੀ ਹੋਏ ਨੇ। ਇੱਥੇ ਸੈਮੀ ਟਰੱਕ ਬੱਸ ਅਤੇ ਪਿਕਅਪ ਦੀ ਟੱਕਰ ਹੋ ਗਈ, ਜਿਸ ਵਿੱਚ 1 ਦੀ ਮੌਤ ਹੋਣ ਦੇ ਬਾਰੇ ਵੀ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ। ਅਥਾਰਟੀਜ਼ ਦੇ ਦੱਸਣ ਮੁਤਾਬਕ ਫਲੋਰੀਡਾ ਹਾਈਵੇ ਤੇ 3 ਵਾਹਨ ਆਪਸ ਦੇ ਵਿੱਚ ਟਕਰਾਏ ਨੇ, ਜਿਸ ਕਾਰਨ 1 ਦੀ ਮੌਤ ਹੋ ਗਈ ਤੇ 16 ਜਾਣੇ ਜ਼ਖਮੀ ਹੋਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹਾਦਸਾ 6:15 ਦੇ ਕਰੀਬ ਵਾਪਰਿਆ। ਇਸ ਹਾਦਸੇ ਵਿੱਚ ਸੈਮੀ ਟਰੱਕ, ਟ੍ਰਾਂਜ਼ਿਟ ਬੱਸ ਅਤੇ ਪਿਕਅਪ ਟਰੱਕ ਆਪਸ ਵਿੱਚ ਟਕਰਾਏ ਹਨ। ਇਸ ਵਿੱਚ ਦਰਜਨਾਂ ਪੀੜਤ ਸ਼ਾਮਲ ਪਾਏ ਗਏ। ਇੱਥੇ ਜਿਹੜੇ 16 ਲੋਕ ਮੌਜੂਦ ਸਨ, ਉਹਨਾਂ ਵਿੱਚੋਂ 14 ਜਾਣੇ ਜ਼ਖਮੀ ਦੱਸੇ ਗਏ ਤੇ ਇਹਨਾਂ ਨੂੰ ਹਲਕੀਆਂ ਸੱਟਾਂ ਆਉਣ ਦੇ ਬਾਰੇ ਹੀ ਜਾਣਕਾਰੀ ਦਿੱਤੀ ਗਈ ਹੈ, ਜਿਨ੍ਹਾਂ ਨੂੰ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। 2 ਜਾਣੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ, ਜਿਨ੍ਹਾਂ ਨੂੰ ਹੈਲੀਕਾਪਟਰ ਰਾਹੀਂ 에ਅਰਲਿਫਟ ਕੀਤਾ ਗਿਆ ਤਾਂ ਕਿ ਉਹਨਾਂ ਨੂੰ ਮੈਡੀਕਲ ਟ੍ਰੀਟਮੈਂਟ ਮੁਹੱਈਆ ਕਰਵਾਇਆ ਜਾ ਸਕੇ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਦੀ ਮੌਕੇ ਵਾਲੀ ਥਾਂ ਦੇ ਉੱਪਰ ਹੀ ਮੌਤ ਹੋ ਗਈ, ਜਿਸ ਬਾਰੇ ਕੰਟਰੀ ਫਾਇਰ ਸਪੋਕਸਪਰਸਨ ਵੱਲੋਂ ਪੁਸ਼ਟੀ ਕੀਤੀ ਗਈ ਹੈ। ਫਿਲਹਾਲ ਇਸ ਦੀ ਪਹਿਚਾਣ ਅਜੇ ਜਨਤਕ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਪੀੜਤਾਂ ਦੇ ਬਾਰੇ ਵੀ ਬਹੁਤੀ ਡਿਟੇਲ ਨਹੀਂ ਦਿੱਤੀ ਜਾ ਰਹੀ ਤੇ ਨਾ ਹੀ ਉਹਨਾਂ ਦੇ ਨਾਮ ਦੱਸੇ ਗਏ ਨੇ। ਵਿਭਾਗ ਦਾ ਕਹਿਣਾ ਹੈ ਕਿ ਮਾਮਲੇ ਸੰਬੰਧੀ ਵਧੇਰੇ ਜਾਂਚ ਪੜਤਾਲ ਜਾਰੀ ਹੈ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਹੁਣ ਤੱਕ ਦੀ ਅਪਡੇਟ ਵਿੱਚ ਇਹਨਾਂ ਤਮਾਮ ਗੱਲਾਂ ਦਾ ਜ਼ਿਕਰ ਕੀਤਾ ਗਿਆ। ਇਹ ਸਨ ਕੁਝ ਖਬਰਾਂ ਜਿਹੜੀਆਂ ਅੱਜ ਦੇ ਦਿਨ ਅਮਰੀਕਾ ਤੋਂ ਸਾਹਮਣੇ ਆਈਆਂ। ਬਾਕੀ ਖਬਰਾਂ ਲਈ ਤੁਸੀਂ ਬਣੇ ਰਹੋ ਟੀਵੀ ਪੰਜਾਬ ਦੇ ਨਾਲ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ।